ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੋਹਿਲੇ ਰਾਖਹੁ ਰਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਥੇ ਸਾਨੂੰ ਜੀਵਨ ਸੇਧ ਦਿੰਦੀ ਹੈ, ਉੱਥੇ ਸਾਡੀ ਇਸ ਲੋਕ ਵਿੱਚ ਪਰਲੋਕ ਵਿੱਚ ਮਦਦ ਕਰਦੀ, ਸਹਾਇਤਾ ਕਰਦੀ ਹੈ। ਇਸ ਦੀਆਂ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ। ਜਿਵੇਂ ਕਿ ਗੁਰਬਾਣੀ ਦਾ ਸ਼ਬਦ ਹੈ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਰੱਖਿਆ ਦੇ ਸ਼ਬਦ ਬਹੁਤ ਸਾਰੇ ਮਿਲ ਜਾਂਦੇ ਨੇ। ਹੇ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਤੇਰੀ ਮੈਨੂੰ ਆਸ ਹੈ। ਮੇਰਾ ਸੱਜਣ ਵੀ ਤੂੰ ਹੈ, ਮਾਲਕ ਵੀ ਤੂੰ ਹੈ। ਜਿੱਥੇ ਤੂੰ ਰੱਖੇ ਉੱਥੇ ਮੈਂ ਠੀਕ ਹਾਂ। ਜਿੱਥੇ ਤੇਰੀ ਰਜ਼ਾ ਹੋਵੇ ਉੱਥੇ ਮੈਂ ਰਹਿਣਾ ਚਾਹੁੰਦਾ। ਅੱਜ ਦੁਨੀਆ ਦੇ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹਨੂੰ ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਤਾਂ ਰੱਖੜੀ ਕਹਿੰਦੇ ਸੀ, ਅੱਜ ਕੱਲ੍ਹ ਹੁਣ ਇਹਨੂੰ ਰਕਸ਼ਾ ਬੰਧਨ ਕਹਿੰਦੇ ਆ। ਰਕਸ਼ਾ ਤੋਂ ਭਾਵ ਰੱਖਿਆ ਕਰਨ ਵਾਲਾ, ਬੰਧਨ ਤੋਂ ਭਾਵ ਉਸ ਨੂੰ ਰੱਖਿਆ ਵਾਸਤੇ ਬੰਧ ਲੈਣਾ। ਵੈਸੇ ਤਾਂ ਹਿੰਦੁਸਤਾਨ ਦਾ ਜਿਹੜਾ ਇਹ ਤਿਉਹਾਰ ਹੈ, ਇਹ ਭੈਣ ਭਰਾ ਦਾ ਤਿਉਹਾਰ ਹੈ। ਪਰ ਗੁਰਮਤਿ ਦੇ ਵਿੱਚ ਨਾ ਕਿਤੇ ਗੁਰਬਾਣੀ ਦੇ ਵਿੱਚ, ਨਾ ਕਿਤੇ ਇਤਿਹਾਸ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ। ਇਹ ਗੁਰਮਤਿ ਦੇ ਉਲਟ ਹੈ, ਗੁਰਮਤਿ ਦੇ ਵਿਰੁੱਧ ਹੈ। ਇੱਕ ਧਾਗੇ ਨੂੰ ਗੁਰਮਤਿ ਨਹੀਂ ਮੰਨਦੀ। ਮੈਂ ਅਰਜ਼ ਕਰਾਂ, ਜੇ ਕਿਸੇ ਭਰਾ ਦਾ, ਕਿਸੇ ਭੈਣ ਦਾ ਭਰਾ ਉਸ ਦੀ ਰੱਖਿਆ ਕਰਦਾ ਹੋਵੇ ਤਾਂ ਸਾਡੇ ਹਿੰਦੁਸਤਾਨ ਆਲ ਵਰਲਡ ਦੇ ਵਿੱਚ ਸਾਡੀ ਧੀਆਂ ਭੈਣਾਂ ਦੀ ਬੇਪੱਤੀ ਕਿਉਂ ਹੋਵੇ? ਧੀਆਂ ਭੈਣਾਂ ਜਿਹੜੀਆਂ ਸਾਡੀਆਂ, ਉਹਨਾਂ ਦੀ ਬੇਇੱਜ਼ਤੀ ਕਿਉਂ ਹੋਵੇ? ਕਿਉਂਕਿ ਅਸਲ ਦੇ ਵਿੱਚ ਰੱਖਿਆ ਕਰਨ ਵਾਲਾ ਗੁਰੂ ਕਾ ਸ਼ਬਦ, ਗੁਰੂ ਭਗਵਾਨ ਪਰਮੇਸ਼ਰ ਹੈ। ਮੈਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦੇ ਸਕਦਾ, ਜਿਸ ਦੇ ਵਿੱਚ ਅਸਲ ਵਿੱਚ ਹਰ ਸਾਲ ਭੈਣ ਆਪਣੇ ਭਰਾ ਨੂੰ ਇੱਕ ਰਕਸ਼ਾ ਬੰਧਨ, ਇੱਕ ਧਾਗਾ ਬੰਨ੍ਹਦੀ ਹੈ ਤੇ ਉਹਦੇ ਤੋਂ ਵਿਚਾਰ ਲੈਂਦੀ ਹੈ ਕਿ ਵੀਰ ਮੇਰੀ ਰੱਖਿਆ ਕਰਨਾ। ਅਸਲ ਦੇ ਵਿੱਚ ਰੱਖਿਆ ਕਰਨ ਵਾਲਾ ਹੈ ਪਰਮੇਸ਼ਰ, ਗੁਰੂ ਕਾ ਸ਼ਬਦ। ਫਰਜ਼ ਕਰੋ ਉਸ ਭੈਣ ਦਾ ਭਰਾ ਛੋਟਾ ਹੈ, ਭੈਣ ਦਾ ਭਰਾ ਛੋਟਾ ਹੈ ਤੇ ਉਹ ਉਹਦੀ ਮਦਦ ਕਿਵੇਂ ਕਰੇਗਾ? ਤੇ ਨਾਲ ਜਦੋਂ ਕਿਸੇ ਭਰਾ ਨੂੰ ਕਿਤੇ ਵਿਦੇਸ਼ ਦੇਸ਼ ਵਿੱਚ ਕਿਤੇ ਯਾਤਰਾ ਤੇ ਜਾਣਾ ਪਵੇ, ਉਸ ਭੈਣ ਦੀ ਉਹ ਰੱਖਿਆ ਕਿਵੇਂ ਕਰੇਗਾ? ਜੇ ਉਹਨੂੰ ਇੱਥੇ ਔਖਿਆਈ ਹੋਗੀ, ਉਹ ਕਿਵੇਂ ਰੱਖਿਆ ਕਰੇਗਾ? ਮੇਰੇ ਕਹਿਣ ਤੋਂ ਭਾਵ ਇਹ ਹੈ
ਰਕਸ਼ਾ ਬੰਧਨ ਜਿਹੜੀ ਰਾਖੀ ਹੈ, ਇਹ ਭਰਾ ਭੈਣ ਦੀ ਰੱਖਿਆ ਬਿਲਕੁਲ ਨਹੀਂ ਕਰ ਸਕਦਾ। ਸਿਰਫ ਜੇ ਰੱਖਿਆ ਕਰ ਸਕਦਾ ਹੈ, ਉਹ ਪਰਮਾਤਮਾ ਸਭ ਦੀ ਰੱਖਿਆ ਕਰ ਸਕਦਾ ਹੈ। ਪਰ ਉਸ ਵਾਸਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਪਵੇਗੀ, ਨਿਤਨੇਮ ਸਾਨੂੰ ਕਰਨਾ ਪਵੇਗਾ, ਉਹਦੇ ਨਾਲ ਜੁੜਨਾ ਪਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ। ਆਓ ਉਸ ਤਰ੍ਹਾਂ ਦੀਆਂ ਉਦਾਹਰਨਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੈ ਲੈਂਦੇ ਹਾਂ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਸਾਡਾ ਰਾਖਾ ਇੱਕੋ ਹੀ ਹੈ, ਇੱਕੋ ਹੀ ਰਾਖਾ ਸਾਡਾ। ਉਹ ਅੰਤਰਜਾਮੀ, ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਸਾਰੇ ਸੰਸਾਰ ਦਾ ਇੱਕੋ ਹੀ ਰਾਖਾ ਪਰਮੇਸ਼ਰ ਹੈ। ਸਭ ਪਰਮੇਸ਼ਰ ਨੂੰ ਹੀ ਪੂਜਦੇ ਹਨ। ਰਸਤੇ ਵੱਖਰੇ ਵੱਖਰੇ ਹਨ, ਪਰ ਜਾਣਾ ਤਾਂ ਇੱਕੋ ਹੀ ਜਗ੍ਹਾ ਪਰਮੇਸ਼ਰ ਤੇ ਇੱਕੋ ਹੀ ਹੈ ਨਾ ਸਭ ਦਾ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਰੱਖੇ ਰੱਖਨ ਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਰਾਖੋ ਰਾਖਣ ਹਾਰ ਦਇਆਲਾ, ਹੇ ਦਇਆਲ ਸੱਚੇ ਪਾਤਸ਼ਾਹ, ਦਇਆ ਦੇ ਘਰ ਸਤਿਗੁਰੂ, ਸਾਡੀ ਰਾਖੀ ਕਰੋ। ਜੇ ਲੋਕ ਦੇ ਵਿੱਚ, ਇਸ ਲੋਕ ਵਿੱਚ ਭਰਾ ਭੈਣ ਦੀ ਰੱਖਿਆ ਕਰ ਸਕਦਾ ਹੋਵੇ, ਪਰ ਪਰਲੋਕ ਵਿੱਚ ਉਹ ਨਹੀਂ ਰੱਖਿਆ ਕਰ ਸਕਦਾ। ਇਹ ਵੀ ਤੇ ਇੱਕ ਗੱਲ ਬਹੁਤ ਵੱਡੀ ਹੈ ਨਾ। ਜਿਵੇਂ ਕਿ ਮਾਰਚ 1739 ਈਸਵੀ ਨੂੰ ਨਾਦਰ ਸ਼ਾਹ ਚੜ੍ਹ ਕੇ ਆਉਂਦਾ ਹਿੰਦੁਸਤਾਨ ਦੇ ਵਿੱਚ। ਉਹ ਲਾਹੌਰ ਦੇ ਰਸਤੇ ਹੁੰਦੇ ਹੋਏ ਆਉਂਦਾ ਹੈ। ਲਾਹੌਰ ਦੇ ਰਸਤੇ ਹੁੰਦੇ ਹੁੰਦੇ ਉਹ ਦਿੱਲੀ ਪਹੁੰਚ ਜਾਂਦਾ ਹੈ। ਦਿੱਲੀ ਦੇ ਵਿੱਚ 9 ਮਾਰਚ ਨੂੰ ਦਿੱਲੀ ਪਹੁੰਚਦਾ ਹੈ ਤੇ 25 ਮਈ ਨੂੰ ਉਹ ਦਿੱਲੀ ਤੋਂ ਸਾਰਾ ਲੁੱਟ ਖਸੁੱਟ ਕਰਕੇ ਲੈ ਜਾਂਦਾ ਹੈ। ਹਿੰਦੁਸਤਾਨ ਦੀਆਂ ਧੀਆਂ ਬਹੂਆਂ ਨੂੰ ਉਹ ਨਾਲ 10,000 ਬੇਟੀਆਂ ਬੱਚੀਆਂ, ਹਿੰਦੁਸਤਾਨ ਦੀਆਂ ਧੀਆਂ, ਹਿੰਦੁਸਤਾਨ ਦੀਆਂ ਬਹੂਆਂ ਨੂੰ ਲੈ ਜਾਂਦਾ ਹੈ, 10,000 ਨੂੰ। ਜਾਂਦਾ ਜਾਂਦਾ ਲਾਹੌਰ ਤੋਂ, ਜਦੋਂ ਲਾਹੌਰ ਤੋਂ ਪਹਿਲਾਂ ਅੰਮ੍ਰਿਤਸਰ ਦੇ ਰਸਤੇ ਦੇ ਵਿੱਚ ਜਾਂਦਾ ਹੈ, ਉੱਥੇ ਜਾ ਕੇ ਇੱਕ ਪਿੰਡ ਹੈ ਅਖਨੂਰ। ਅਖਨੂਰ ਪਿੰਡ ਦੇ ਵਿੱਚ ਸਿੱਖਾਂ ਨੇ ਇਹਦਾ ਜਿਹੜਾ ਮਾਲ ਸਬਾਬ ਲੁੱਟਿਆ ਸੀ ਨਾ ਦਿੱਲੀ ਤੋਂ, ਉਹ ਸਾਰਾ ਲੁੱਟ ਲਿਆ। ਉਸ ਤੋਂ ਬਾਅਦ ਜਿਹੜੀਆਂ ਧੀਆਂ ਭੈਣਾਂ, ਜਿਹੜੀਆਂ ਬੱਚੀਆਂ ਉਹ ਨਾਲ ਲੈ ਜਾ ਰਿਹਾ ਸੀ, ਉਹਨਾਂ ਨੇ ਪੁਕਾਰ ਕੀਤੀ ਕਿ ਵੀਰੋ ਸਾਡੀ ਵੀ ਮਦਦ ਕਰੋ। ਉਸ ਵੇਲੇ 10,000 ਹਿੰਦੁਸਤਾਨ ਦੀਆਂ ਬਹੂ ਬੇਟੀਆਂ, ਉਹਨਾਂ ਦੇ ਵਿੱਚ ਸਿੱਖਾਂ ਦੀ ਇੱਕ ਵੀ ਧੀ ਨਹੀਂ ਸੀ, ਇੱਕ ਵੀ ਬਹੂ ਨਹੀਂ ਸੀ। ਸਿਰਫ ਹਿੰਦੁਸਤਾਨ ਦੀਆਂ ਧੀਆਂ ਬਹੂਆਂ ਉਹ ਸਾਰੀਆਂ ਸਿੰਘਾਂ ਨੇ ਛਡਾ ਦਿੱਤੀਆਂ ਤੇ ਸਿੰਘਾਂ ਨੇ ਛਡਾ ਕੇ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਪਹੁੰਚਾਉਣਾ ਕੀਤਾ। ਉਸ ਵੇਲੇ ਨਾਦਰ ਸ਼ਾਹ ਆਪਣੇ ਨਾਲ ਦਿਆਂ ਨੂੰ ਪੁੱਛਦਾ ਹੈ ਵੀ ਆਹ ਕੌਣ ਨੇ ਜਿਹੜੇ ਮੈਨੂੰ ਵੀ ਲੁੱਟ ਲੈਂਦੇ ਨੇ। ਉਸ ਵੇਲੇ ਫਿਰ ਨਾਦਰ ਸ਼ਾਹ ਨੂੰ ਦੱਸਿਆ ਗਿਆ ਵੀ ਆਹ ਜਿਹੜੇ ਸਿੱਖ ਨੇ, ਇਹਨਾਂ ਦਾ ਕਿਰਦਾਰ ਬੜਾ ਉੱਚਾ ਹੈ। ਕਹਿਣ ਲੱਗੇ ਧੀਆਂ ਬੇਟੀਆਂ ਦੀ ਇਹ ਰੱਖਿਆ ਕਰਨ ਵਾਲੇ ਨੇ, ਕਿਉਂਕਿ ਇਹਨਾਂ ਕੋਲ ਕੀ ਹੈ, ਇਹਨਾਂ ਕੋਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਹੈ, ਜਿਸ ਕਰਕੇ ਇਹਨਾਂ ਦਾ ਕਿਰਦਾਰ ਹਮੇਸ਼ਾ ਉੱਚਾ ਰਹਿੰਦਾ ਹੈ। ਇਹ ਬੜਾ ਪ੍ਰਭਾਵਿਤ ਹੋਇਆ। ਪ੍ਰਭਾਵਿਤ ਹੋਣ ਤੋਂ ਬਾਅਦ
ਇਹਨੇ ਕਿਹਾ ਵੀ ਮੈਂ ਇਹਨਾਂ ਨਾਲ ਲੜਾਈ ਨਹੀਂ ਕਰਨੀ ਚਾਹੁੰਦਾ, ਮੈਂ ਇਹਨਾਂ ਨਾਲ ਲੜਨਾ ਨਹੀਂ ਚਾਹੁੰਦਾ, ਮੈਂ ਇਹਨਾਂ ਨਾਲ ਲੜਾਂਗਾ ਨਹੀਂ। ਉਸ ਵੇਲੇ ਇਹ ਲੜਿਆ ਨਹੀਂ। ਸਾਰਾ ਜਿਹੜਾ ਲੁੱਟਿਆ ਹੋਇਆ ਮਾਲ ਸੀ ਉਹ ਸਿੰਘਾਂ ਦੇ ਕੋਲ ਆ ਗਿਆ ਤੇ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਘਰੋਂ ਘਰੀ ਪਹੁੰਚਾਇਆ ਗਿਆ। ਤੇ ਨਾਦਰ ਸ਼ਾਹ ਬਿਨਾਂ ਲੜਿਆਂ ਤੋਂ ਸਿੱਖਾਂ ਦੇ ਨਾਲ ਲੜਿਆ ਨਹੀਂ, ਸਿੱਧਾ ਅਫਗਾਨਿਸਤਾਨ ਤੋਂ ਆਇਆ ਸੀ, ਅਫਗਾਨਿਸਤਾਨ ਚਲਾ ਗਿਆ। ਉਸ ਵੇਲੇ ਮੈਂ ਸੋਚਦਾ ਵੀ ਉੱਥੇ ਜਿਹੜੀ ਧੀਆਂ ਸੀ, ਭੈਣਾਂ ਸੀ, ਉਹਨਾਂ ਦੀ ਰੱਖਿਆ, ਜਿਹੜਾ ਹਰ ਸਾਲ ਰੱਖਿਆ ਦਾ ਧਾਗਾ ਬੰਨ੍ਹਦਾ ਸੀ, ਉਹਨਾਂ ਦੇ ਭਰਾ ਉੱਥੇ ਉਹਦੀ ਮਦਦ ਨਹੀਂ ਕਰ ਸਕੇ। ਜੇ ਮਦਦ ਕੀਤੀ ਸਿੰਘਾਂ ਨੇ ਮਦਦ ਤਾਂ ਕੀਤੀ, ਇਹਨਾਂ ਕੋਲ ਬਾਣੀ ਹੈ, ਇਹ ਬਾਣੀ ਦੇ ਆਧਾਰ ਤੇ ਚੱਲਦੇ ਨੇ। ਜਿਵੇਂ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਸੋਰਠ ਰਾਗ ਵਿੱਚ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ, ਕੀਤੇ ਕੋ ਮੇਰੇ ਸੰਗ ਮਾਨੈ ਕਰਨ ਹਾਰ ਤਰਨ ਜਾਣੈ, ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਭਾਨੈ, ਖਿਨਮੈ ਅਵਰ ਖਿਨੈਮੈ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਅਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੇ। ਇਹਦਾ ਅਰਥ ਸੁਣਿਓ, ਹੁਣ ਇਹਦਾ ਵਿਚਾਰ ਸੁਣਿਓ। ਸਤਿਗੁਰੂ ਇਸ ਦੇ ਵਿੱਚ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਗੁਰੂ ਦੀ ਬਾਣੀ ਕੀ ਸਮਝਾਉਂਦੀ ਇਸ ਦੇ ਵਿੱਚ। ਸ਼ੁਰੂ ਹੁੰਦਾ ਸ਼ਬਦ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਬੱਚਾ ਉਲਟਾ ਲਟਕਦਾ ਹੈ। ਉਸ ਗਰਭ ਦੇ ਵਿੱਚ ਨਾ ਭੈਣ, ਨਾ ਭਰਾ, ਨਾ ਮਾਂ, ਨਾ ਪਿਓ ਉੱਥੇ ਮਦਦ ਨਹੀਂ ਕਰ ਸਕਦਾ। ਉੱਥੇ ਜੇ ਮਦਦ ਕਰ ਸਕਦਾ, ਇੱਕ ਪਰਮੇਸ਼ਰ ਮਦਦ ਕਰ ਸਕਦਾ, ਉਹ ਕਰਦਾ ਹੈ। ਇਹਦੇ ਵਿੱਚ ਇਹੀ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਮਾਤ ਗਰਭ ਮੈਂ ਆਪਨ ਸਿਮਰਨ ਦੇ। ਉਹ ਆਪਣਾ ਸਿਮਰਨ ਦੇ ਕੇ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕਰਦਾ ਹੈ। ਤਹਿ ਤੁਮ ਰਾਖਣ ਹਾਰੇ, ਉਸ ਨਰਕ ਦੇ ਵਿੱਚ ਸੱਚੇ ਪਾਤਸ਼ਾਹ, ਜਿੱਥੇ ਅੱਗ ਦੇ ਵਿੱਚ ਇਹ ਇੱਕ ਮਾਸ ਦਾ ਟੁਕੜਾ ਪਿਆ ਹੈ, ਉਸ ਅੱਗ ਦੇ ਵਿੱਚ ਉਹ ਪਰਮੇਸ਼ਰ ਸਾਨੂੰ ਰੱਖ ਲੈਂਦਾ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਪਾਵਕ ਕਹਿੰਦੇ ਨੇ ਅੱਗ ਨੂੰ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਸੰਸਾਰ ਦੇ ਵਿੱਚ, ਇਸ ਸੰਸਾਰ ਦੇ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ, ਇਹਦੀਆਂ ਲਹਿਰਾਂ ਚੱਲ ਰਹੀਆਂ ਨੇ, ਸਮੁੰਦਰ ਚੱਲ ਰਹੇ ਨੇ, ਅਨੇਕਾਂ ਲਹਿਰਾਂ ਚੱਲ ਰਹੀਆਂ ਨੇ। ਸੱਚੇ ਪਾਤਸ਼ਾਹ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਸੱਚੇ ਪਾਤਸ਼ਾਹ ਜਿਵੇਂ ਮਾਂ ਦੇ ਗਰਭ ਦੇ ਵਿੱਚ ਸਾਨੂੰ ਬਚਾ ਕੇ ਰੱਖਿਆ ਸੀ, ਇਸੇ ਤਰ੍ਹਾਂ ਹੁਣ ਸੰਸਾਰ ਦੇ ਵਿੱਚ ਵੀ ਸਾਡੀ ਰੱਖਿਆ ਕਰੋ। ਉਹ ਰੱਖਿਆ ਕਰਦਾ ਜਦੋਂ ਇਸ ਤਰ੍ਹਾਂ ਦੀ ਕੋਈ ਅਰਦਾਸ ਕਰਦਾ ਹੈ। ਇਸ ਤਰ੍ਹਾਂ ਦੀ ਅਰਦਾਸ ਜੇ ਕੋਈ ਕਰਦਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਇਹ ਅਰਦਾਸ ਇਸ ਤਰ੍ਹਾਂ ਦੀ ਜਦੋਂ ਕਰਦਾ ਹੈ, ਫਿਰ ਅੱਗੇ ਸਤਿਗੁਰੂ ਜੀ ਦੱਸਦੇ ਨੇ, ਮਾਧੋ ਤੂੰ ਠਾਕੁਰ ਸਿਰ ਮੋਰਾ। ਮਾਧੋ ਕਹਿੰਦੇ ਨੇ ਮਾਇਆ ਦੇ ਪਤੀ, ਹੇ ਪਰਮੇਸ਼ਰ ਸਾਰੇ ਸੰਸਾਰ ਦੇ ਮਾਇਆ ਦੇ ਪਤੀ, ਤੂੰ ਠਾਕੁਰ ਸਿਰ ਮੋਰਾ, ਤੂੰ ਸ਼੍ਰੋਮਣੀ ਠਾਕੁਰ ਹੈ, ਮੇਰੇ ਸਿਰ ਉੱਤੇ ਤੂੰ ਮੇਰਾ ਮਾਲਕ ਹੈ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਇਹਾਂ ਉਹਾਂ ਤੁਹਾਰੋ ਧੋਰਾ। ਇਹਾਂ ਕਹਿੰਦੇ ਨੇ ਲੋਕ ਵਿੱਚ, ਉਹਾਂ ਕਹਿੰਦੇ ਨੇ ਪਰਲੋਕ ਵਿੱਚ। ਹੁਣ ਦੱਸੋ
ਲੋਕ ਦੇ ਵਿੱਚ ਵੀ ਜੇ ਭੈਣ ਦੀ ਮਦਦ ਭਰਾ ਕਰ ਸਕਦਾ ਹੋਵੇ, ਪਰ ਲੋਕ ਵਿੱਚ ਨਹੀਂ ਕਰ ਸਕਦਾ। ਮਹਾਰਾਜ ਤਾਂ ਕਹਿੰਦੇ ਨੇ ਜਿਹੜਾ ਇਹ ਸ਼ਬਦ ਹੈ ਤੇਰੀ ਲੋਕ ਵਿੱਚ ਵੀ ਮਦਦ ਕਰੇਗਾ, ਰੱਖਿਆ ਕਰੇਗਾ, ਪਰ ਲੋਕ ਵਿੱਚ ਵੀ ਰੱਖਿਆ ਕਰੇਗਾ। ਇਹਾਂ ਉਹਾਂ ਤੁਹਾਰੋ ਧੋਰਾ, ਧੋਰਾ ਤੋਂ ਭਾਵ ਆਸਰਾ। ਇਹਾਂ ਉਹਾਂ ਤੁਹਾਰੋ ਧੋਰਾ, ਕੀਤੇ ਕੋ ਮੇਰਾ ਸੰਗ ਮਨ, ਕਰਨ ਹਾਰ ਤ੍ਰਿਣ ਜਨ। ਕੀਤੇ ਕੋ ਮੇਰਾ ਸੰਗ ਮਨ, ਹੇ ਸੱਚੇ ਪਾਤਸ਼ਾਹ ਅਕਾਲ ਪੁਰਖ, ਤੂੰ ਸਾਡੇ ਵਾਸਤੇ ਬਹੁਤ ਪਦਾਰਥ ਬਣਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਸੱਚੇ ਪਾਤਸ਼ਾਹ ਕੀਤੇ ਕੋ ਮੇਰਾ ਸੰਗ ਮਨ, ਜਿਹੜੇ ਤੇਰੇ ਬਣਾਏ ਹੋਏ ਪਦਾਰਥ ਨੇ ਉਹਨਾਂ ਨੂੰ ਤੇ ਇਹ ਮਨੁੱਖ ਜਾਣਦਾ ਵੀ ਮੇਰ ਪਰਬਤ ਵਰਗਾ, ਮੇਰੂ ਪਰਬਤ ਵਰਗਾ, ਬਹੁਤ ਵੱਡੇ ਜਾਣਦਾ ਹੈ ਪਦਾਰਥਾਂ ਨੂੰ। ਕੀਤੇ ਕੋ ਮੇਰਾ ਸੰਗ ਮਨ, ਕਰਨ ਹਾਰ ਤ੍ਰਿਣ ਜਾਣੈ। ਪਰ ਜਿਹੜਾ ਕਰਨ ਵਾਲਾ ਹੈ, ਬਣਾਉਣ ਵਾਲਾ ਪਦਾਰਥ ਪਰਮੇਸ਼ਰ ਹੈ, ਉਹਨੂੰ ਇੱਕ ਤਿਨਕਾ ਜਾਣਦਾ, ਇੱਕ ਕੱਖ ਦੇ ਬਰਾਬਰ ਜਾਣਦਾ ਹੈ। ਕਰਨ ਹਾਰ ਤ੍ਰਿਣ ਜਾਣੈ। ਅੱਗੇ ਮਹਾਰਾਜ ਕਹਿੰਦੇ ਨੇ, ਖਿਨ ਮੈਂ ਆਵਰ, ਖਿਨ ਮੈਂ ਆਵਰਾ, ਅਚਰਜ ਚਲਤ ਤੁਮਾਰੇ। हे ਸੱਚੇ ਪਾਤਸ਼ਾਹ, ਤੇਰੇ ਬੇਅੰਤ ਕੌਤਕ ਨੇ, ਅਚਰਜ ਚਲਤ ਤੁਮਾਰੇ, ਤੇਰੇ ਬਹੁਤ ਬੇਅੰਤ ਕੌਤਕ ਨੇ। ਤੂੰ ਖਿਨ ਮਾਤਰ ਸਮੇਂ ਦੇ ਵਿੱਚ ਕੁਝ ਤੋਂ ਕੁਝ ਕਰ ਦਿੰਦਾ ਹੈ। ਖਿਨ ਮੈਂ ਅਵਰ, ਖਿਨ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਕਿਉਂਕਿ ਸੱਚੇ ਪਾਤਸ਼ਾਹ ਤੂੰ ਸੁੰਦਰ ਬਹੁਤ ਹੈ, ਤੂੰ ਸੁੰਦਰ ਬਹੁਤ ਹੈ। ਗੂੜੋ ਕਹਿੰਦੇ ਨੇ, ਰੂੜੋ ਕਹਿੰਦੇ ਨੇ ਸੁੰਦਰ ਨੂੰ, ਗੂੜੋ ਕਹਿੰਦੇ ਨੇ ਉਹ ਸੰਸਾਰ ਵਿੱਚ ਛੁਪਿਆ ਹੋਇਆ। ਰੂੜੋ ਗੂੜੋ ਗਹਿਰ ਗੰਭੀਰੋ, ਗਹਿਰ ਕਹਿੰਦੇ ਨੇ ਡੂੰਘੇ ਨੂੰ, ਤੇ ਗੰਭੀਰੋ ਸੱਚੇ ਪਾਤਸ਼ਾਹ ਜਿਹੜਾ ਨਾ ਕਰਨ ਵਾਲਾ ਕੰਮ ਵੀ ਹੋਵੇ ਤੂੰ ਉਹ ਵੀ ਕਰ ਦਿੰਦਾ। ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਉੱਚੋ ਕਹਿੰਦੇ ਨੇ ਸਭ ਤੋਂ ਉੱਚੇ, ਮੈਂ ਪੇਖਿਓ ਰੀ ਮੋਹਨ ਉੱਚਾ ਸਭ ਤੇ ਉੱਚਾ। ਤੂੰ ਸੱਚੇ ਪਾਤਸ਼ਾਹ ਬਹੁਤ ਉੱਚਾ ਹੈ, ਤੇਰੇ ਤੋਂ ਵੱਡਾ ਕੋਈ ਨਹੀਂ, ਤੇਰੇ ਤੋਂ ਉੱਚਾ ਕੋਈ ਨਹੀਂ ਹੈ। ਇਸ ਤਰ੍ਹਾਂ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦੱਸ ਰਹੇ ਨੇ ਸਤਿਗੁਰੂ ਜੀ, ਰੂੜੋ ਗੂੜੋ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਤੂੰ ਸੱਚੇ ਪਾਤਸ਼ਾਹ ਜੀਓ ਸਾਡੇ ਇੰਦਰੀਆਂ ਤੋਂ, ਇੰਦਰੇ ਜਿਹੜੇ ਸਾਡੇ ਨੇ, ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਇਹ ਅਪਹੁੰਚ ਸਤਿਗੁਰੂ, ਤੂੰ ਸੰਸਾਰ ਵਿੱਚ ਛਿਪਿਆ ਹੋਇਆ, ਤੂੰ ਬੜਾ ਸੁੰਦਰ ਹੈ, ਤੂੰ ਸਭ ਤੋਂ ਉੱਚਾ ਹੈ। ਅਗਲੀਆਂ ਤੁਕਾਂ ਵੱਲ ਧਿਆਨ ਦਿਓ। ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਸਾਰੀ ਰੱਖਿਆ ਦੀ ਗੱਲ ਕਰਦੇ ਨੇ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਆਪਣੀ ਸੰਗਤ ਵਿੱਚ ਮਿਲਾਉਣਾ ਕੀਤਾ ਹੈ। ਉਸ ਸੰਗਤ ਵਿੱਚ ਮਿਲਾ ਕਰਕੇ ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਤੁਹਾਡੀ ਸੰਗਤ ਵਿੱਚ ਆ ਕੇ ਫਿਰ ਕੀ ਕੀਤਾ? ਤੁਹਾਡੀ ਬਾਣੀ ਸਰਵਣ ਕੀਤੀ। ਇਹ ਜਿਹੜੀ ਸਰਵਣ ਕਰਨਾ ਹੈ ਨਾ, ਇਹ ਸਰਵਣ ਭਗਤੀ ਕਹਿੰਦੇ ਨੇ ਇਹਨੂੰ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਭਗਤ ਨਾਮੈ ਪ੍ਰਕਾਰਾ, 9 ਪ੍ਰਕਾਰ ਦੀ ਭਗਤੀ, ਜਿਹਦੇ ਵਿੱਚ ਇੱਕ ਭਗਤੀ ਸਿਮਰਨ ਦੀ ਹੈ, ਇੱਕ ਸਰਵਣ ਕਰਨ ਦੀ ਹੈ, ਕੀਰਤਨ ਕਰਨ ਭਗਤੀ ਹੈ, ਸੇਵਾ ਭਗਤੀ ਹੈ। ਇਤਾਦਿਕ ਭਗਤੀਆਂ 9 ਪ੍ਰਕਾਰ ਦੀਆਂ ਭਗਤੀਆਂ ਨੇ। ਉਹਦੇ ਵਿੱਚ ਸੁਣਨ ਦੀ ਵੀ ਇੱਕ ਭਗਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਤੁਹਾਡੀ ਬਾਣੀ ਸਰਵਣ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਵਿੱਚ ਮਿਲ ਕੇ। ਤੁਸੀਂ ਮੈਨੂੰ ਮਿਲਾਇਆ ਸਾਧ ਸੰਗਤ ਦੇ ਵਿੱਚ। ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ, ਪੁਰਖ ਨਿਰਬਾਣੀ। ਹੇ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਸੁਣ ਕੇ ਆਨੰਦਿਤ ਹੋ ਗਏ, ਤੁਹਾਡੇ ਦਰਸ਼ਨ ਕਰਕੇ ਆਨੰਦਿਤ ਹੋ ਗਏ। ਆਨੰਦ ਪਿਆ ਪੇਖਤ ਹੀ ਨਾਨਕ, ਪੇਖਤ ਕਹਿੰਦੇ ਨੇ ਵੇਖਣ ਨੂੰ। ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ, ਪੁਰਖ ਨਿਰਬਾਣੀ। ਸੱਚੇ ਪਾਤਸ਼ਾਹ ਤੇਰਾ ਪ੍ਰਤਾਪ ਦੇਖ ਕੇ ਕਿ ਤੂੰ ਬਹੁਤ ਵੱਡਾ ਉੱਚਾ ਗਹਿਰ ਗੰਭੀਰੋ ਹੈ, ਤੇਰਾ ਪ੍ਰਤਾਪ ਵੇਖ ਕੇ ਆਨੰਦਿਤ ਹੋ ਗਏ।
ਇਹ ਸ਼ਬਦ ਦੇ ਵਿੱਚ ਸਾਨੂੰ ਇਹ ਸੋਝੀ ਆਉਂਦੀ ਹੈ ਵੀ ਉਹ ਮਾਤਾ ਦੇ ਗਰਭ ਦੇ ਵਿੱਚ ਇੰਨਾ ਸਾਡਾ ਰੱਖਿਆ ਐਡੀ ਕਰਦਾ ਹੈ, ਤੇ ਕੀ ਉਹ ਸੰਸਾਰ ਵਿੱਚ ਸਾਡੀ ਰੱਖਿਆ ਨਹੀਂ ਕਰੇਗਾ? ਹਾਂ, ਉਹਦੀ ਬਾਣੀ ਪੜ੍ਹ ਸੁਣ, ਫਿਰ ਉਹ ਸਾਡੀ ਜ਼ਰੂਰ ਰੱਖਿਆ ਕਰੇਗਾ। ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ, ਲੋਕ ਮੈਂ ਕਹਿੰਦੇ ਸੁਣੇ ਨੇ ਬਈ ਗੁਰੂ ਨਾਨਕ ਦੀ ਵੱਡੀ ਭੈਣ ਬੇਬੇ ਨਾਨਕੀ ਰੱਖੜੀ ਬੰਨੀ ਹੈ, ਰੱਖੜੀ ਬੰਨੀ ਹੈ ਬੇਬੇ ਨਾਨਕੀ ਨੇ, ਗੁਰੂ ਨਾਨਕ ਜੀ ਨੂੰ ਰੱਖੜੀ ਬੰਨੀ ਹੈ। ਉਹ ਜਿਹੜੀ ਫੋਟੋਆਂ ਦੇ ਵਿੱਚ ਵਿਖਾਈ ਗਈ ਹੈ, ਅਸਲ ਦੇ ਵਿੱਚ ਉਹ ਅਸਲ ਫੋਟੋ ਨਹੀਂ ਹੈ। ਬੇਬੇ ਨਾਨਕੀ ਤਾਂ ਸਾਨੂੰ ਇਹ ਕਹਿੰਦੀ ਹੈ ਵੀ ਮੇਰਾ ਜਿਹੜਾ ਨਾਲੇ ਵੱਡੀ ਹੈ ਗੁਰੂ ਨਾਨਕ ਤੋਂ, ਗੁਰੂ ਨਾਨਕ ਤੋਂ ਵੱਡੀ ਹੋਣ ਦੇ ਬਾਵਜੂਦ ਵੀ ਕਹਿੰਦੀ ਹੈ ਮੇਰਾ ਗੁਰੂ ਨਾਨਕ ਦੇਵ ਜੀ ਨਾਲੇ ਭਰਾ ਹੈ ਛੋਟਾ, ਕਿਉਂਕਿ ਗੁਰੂ ਨਾਨਕ ਮੇਰੀ ਮਦਦ ਕਰਦਾ, ਐਂ ਦੱਸਦੀ ਹੈ। ਬੇਬੇ ਨਾਨਕੀ ਉਹਦੀ ਸਿੱਖ ਹੈ, ਪਹਿਲੀ ਸਿੱਖ ਗੁਰੂ ਨਾਨਕ ਦੀ ਬੇਬੇ ਨਾਨਕੀ ਹੈ। ਤੋ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦੱਸਿਆ ਵੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਉਹਦੀ ਬਾਣੀ ਪੜ੍ਹ, ਉਹਦੀ ਉਹ ਬਾਣੀ ਸਰਵਨ ਕਰ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਹੈ ਮੇਲੇ। ਉਹ ਸੱਚੇ ਪਾਤਸ਼ਾਹ ਸਾਡੇ ਲੋਕ ਤੇ ਪਰਲੋਕ ਸੁਖੀ ਕਰ ਦੇਗਾ ਤੇ ਅਸੀਂ ਸੁਖੀ ਹੋ ਜਾਵਾਂਗੇ, ਸਾਨੂੰ ਕਦੇ ਦੁੱਖ ਨਹੀਂ ਲੱਗੇਗਾ। ਹਾਂ, ਭੈਣ ਭਰਾ ਦਾ ਰਿਸ਼ਤਾ ਆਪਣੀ ਜਗ੍ਹਾ ਠੀਕ ਹੈ, ਪਰ ਉਹ ਹਰ ਜਗ੍ਹਾ ਮਦਦ ਨਹੀਂ ਕਰ ਸਕਦਾ। ਗੁਰੂ ਕੀ ਸੰਗਤ ਜੇ ਹਰ ਜਗ੍ਹਾ ਮਦਦ ਕਰ ਸਕਦਾ ਹੈ, ਉਹ ਗੁਰੂ ਕਾ ਸ਼ਬਦ ਹੈ ਤੇ ਗੁਰੂ ਕਾ ਸ਼ਬਦ ਹੀ ਸਾਡੀ ਰੱਖਿਆ ਕਰਦਾ ਹੈ। ਸੋ ਇੰਨੀਆਂ ਬੇਨਤੀਆਂ ਗੁਰੂ ਕੀ ਸੰਗਤ ਪ੍ਰਮਾਣ ਕਰਨੀਆਂ, ਹੋਈਆਂ ਭੁੱਲਾਂ ਦੀ ਮੁਆਫੀ ਗੁਰੂ ਕੀ ਸੰਗਤ ਬਖਸ਼ਣ ਯੋਗ ਸਤਿਗੁਰੂ ਬਖਸ਼ਣਹਾਰ ਨੇ। ਭੁੱਲਾਂ ਨਾ ਚਤਾਰਦੇ ਹੋਏ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। रोजाना नितनेम अमृतमयी बाणी कथा कीर्तन ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।